अस्सलामुअलैकुम, नमस्ते, सत श्री अकाल। गिम्मी टीवी यूके तो मैं थोड़ी दोस्त ते होस्ट गुप्ता गिम्मी हाजिर हाँ जनाब। ते अज लैके आए हैं विसाखी दा शो। ते विसाखी दा शो होवे और रंगां दी गल ना होए और ढोल दी गल ना होए। जिस तरह कि तुसीं साडा बैकग्राउंड देख रहे हो कि ਉਹਦੇ ਵਿੱਚ ਅਸੀਂ ਦੱਸਿਆ ਕਿ ਇੱਕ ਸਾਡੀ ਸਵਾਨੀ ਤੇ ਇੱਕ ਸਾਡਾ ਗੱਭਰੂ ਜਵਾਨ ਜਿਹੜਾ ਵਾ ਉਹ ਨੱਚਦੇ ਪਏ ਨੇ और ਉਹਦੇ बाद कनकों की कटाई होवे और ਉਹਦੇ बाद कनक की कटाई खुशी रंग ये सारा कुछ विसाखी ਦਾ। लेकिन ਅਸੀਂ ਇਹ ਸੋਚਿਆ कि ਸਾਡੇ ਨਾਲ ਅੱਜ ਦੇ ਉਚੇਚੇ ਪ੍ਰਾਹੁਣੇ ਜਿਹੜੇ ਅੱਜ ਦੀ ਵਿਸਾਖੀ ਸਪੈਸ਼ਲ ਦੇ ਵਿੱਚ ਗੱਲਬਾਤ ਕਰਨਾ ਉਹਨਾਂ ਨੂੰ ਅਸੀਂ अपना जनाब इंडिया तो लिया अपने नाल डॉक्टर साहबा ने और तुसी उन्होंने बहुत अच्छी तरह जानते हो। उन्होंने कोई उन्होंने नाम उन्होंने खुद तारुफ है और इन्ना काम कर रही ने डॉक्टर हरशिंदर कौर जी। डॉक्टर साहबा तानू मैं जी आया आखनी जनाब गिम्मी टीवी यूके ते। बहुत शुक्रिया। पहली गल तो मैं पुरानी है ही नहीं, मैं तो भैन बाजी कह लो जो मर्जी, पर मैं तो पुरानी बिल्कुल नहीं हाँ। ते पंजाबी तुहानू पता पुराने हुंदे ही नहीं, वो ते अपने पराया नू भी जफ्फी च लै लैंदे ने, कलावे च लै लैंदे ने। सो पंजाबी ते एक सांझ दा प्रतीक ने ते यही ने एग्जाम्पल जिथे कोई जात पात ऊंच नीच खत्म हो जाती है, धर्मां दे पाड़ खत्म हो जाते ने, पंजाबी तां दिल खोल के मिलते ने। सदके जावा डॉक्टर साहब। मैं मित्रों तो दसदी रहा, तुहानू पता ही है विकीपीडिया खोल लो, फेसबुक खोल लो, तुहानू पता ही है डॉक्टर साहब पंजाबी राइटर भी ने, पीडियाट्रिशियन ने, ਉਹਦੇ बाद सोशल ਜਿਹੜਾ काम कर रहे ने और प्रोफैसर प्रीतम सिंह ते नरिंदर कौर जी ਦੇ ਘਰ ਪਟਿਆਲਾ ਚ ਪੈਦਾ ਹੋਈਆਂ ਸੀ। लेकिन ਉਹਨਾਂ ਦੀਆਂ ਕਿਸ ਤਰ੍ਹਾਂ ਇੰਸਪੀਰੇਸ਼ਨ ਵੀ ਲੈ ਕੇ ਚੱਲ ਰਹੀਆਂ और ਉਹਦੇ बाद ਵਿਆਹ ਵੀ ਡਾਕਟਰ ਨਾਲ ਕਰ ਲਿਆ और ਡਾਕਟਰੀ ਦੇ ਵਿੱਚ ਇੰਨੀਆਂ ਢੇਰ ਸਾਰਾ ਕਿਤਾਬਾਂ ਕਰ ਲੀਆਂ, ਇੰਨਾ ਕੁਝ ਲਿਖ ਲਿਆ ਕਿ ਮਤਲਬ ਇਹ ਸਾਡੀ ਮਾਸੀ ਜਿਹੜੀ ਬੱਚਿਆਂ ਦੀ ਪਿਆਰੀ ਜਿਹੀ ਮਾਸੀ ਹੈ ਉਹ ਵੀ। ਲੇਕਿਨ ਖਾਸ ਜਿਹੜੀ ਗੱਲ ਹੈ ਕਿ ਅਸੀਂ ਇਹਨਾਂ ਨੂੰ ਅੱਜ ਜ਼ਹਿਮਤ ਦਿੱਤੀ ਹੈ ਕਿਉਂਕਿ ਡਾਕਟਰ ਮਾਸੀ ਜਿਹੜੀਆਂ ਨੇ ਉਹ ਕੰਮ ਤੇ ਬਹੁਤ, ਕਿਤਾਬਾਂ ਵੀ ਬਹੁਤ ਹੈ, ਬਾਕੀ ਸਭ ਕੁਝ ਵੀ ਕੰਮ ਹੈ। ਉਹਦੇ ਬਾਅਦ ਜਿਸ ਤਰ੍ਹਾਂ ਤੁਸੀਂ ਆਪਣੇ ਪਾਪਾ ਜੀ ਦੀ ਔਰ ਜਿਸ ਤਰ੍ਹਾਂ ਤੁਸੀਂ ਆਪਣੇ ਗ੍ਰੈਂਡਫਾਦਰ ਦੀ ਪੂਰੀ ਤਿਬ ਦੇ ਵਿੱਚ ਜਿਸ ਤਰ੍ਹਾਂ ਹੈਲਥ ਦੇ ਬਾਰੇ ਲੈਕਚਰ ਵੀ ਦਿੰਦੀਆਂ, ਬਾਕੀ ਵੀ ਕੰਮ ਕਰਦੀਆਂ। ਅੱਜ ਵਿਸਾਖੀ ਦਾ ਜਿਹੜਾ ਕੰਮ ਹੈ ਨਾ, ਜਾਂ ਵਿਸਾਖੀ ਦਾ ਦਿਹਾੜ ਜਿਹੜਾ, ਤੁਹਾਨੂੰ ਪਤਾ ਮੈਂ ਤੁਹਾਨੂੰ ਖਾਸ ਤੌਰ ਤੇ ਜ਼ਹਿਮਤ ਕਿਉਂ ਦਿੱਤੀ ਹੈ ਕਿਉਂਕਿ ਜਿਹੜਾ ਵਿਸਾਖੀ ਤੁਹਾਡੇ ਪਾਸੇ ਆਪਣੇ ਚੜ੍ਹਦੇ ਪਾਸੇ ਮਨਾਇਆ ਜਾਂਦਾ ਹੈ, ਗੋ ਕਿ ਹੁਣ ਲਹਿੰਦੇ ਪੰਜਾਬ ਵੱਲ ਵੀ ਬਹੁਤ ਕੰਮ ਹੋ ਰਿਹਾ ਔਰ ਉਹ ਸਾਰੇ ਢੋਲ ਢਮੱਕੇ ਸਾ, ਉਹ ਤੁਸੀਂ ਆਪਣੇ ਵਿਚਾਰ 'ਚ ਉਹ ਵਿਸਾਖੀ ਨੂੰ ਕਿਵੇਂ ਦੱਸੋਗੇ? देखो ये खुशियां ते खेड़े दा त्योहार असी मनदे आ, नवा वरा भी इहदे नाल जुड़िया है। फिर साडे तां जट्टां दियां कणकां भी इत्थे जदों वड्डियां जाणियां, सो एक रौनक मेला जिस दे लई पंजाबी जाने जांदे ने। खासियत ही ये है कि ये हमेशा मुस्कुराउंदे मिलदे ने, खिड़े होए चेहरे ते जिस तरीके धा के जफ्फी वजदी जे ना इन्हां दी आपो विच ओ एक मिसाल है। सो इस दियां तां दुनिया भर विच इहदियां एग्जाम्पल्स दित्तियां जांदियां ने कि ये पंजाबी बहुत खुल दिले ने, किन्ने भी औखे समय चों लंघदे होण इन्हां नूं पता है कोई घर आ गया ते अपना ढिड कट के भी खुआ देणगे कि आओ जी। ਹਾਂਜੀ ਉਹ ਜਿਹੜੀ ਸਾਂਝ ਦੀ ਗੱਲ ਸੀ ਉਹਦੇ ਵਿੱਚ ਇੱਕ ਵੱਖ ਅੱਜ ਜ਼ਿਕਰ ਕਰਨ ਲੱਗਿਆ ਕਿ ਇਹ ਤਾਂ ਇੱਕ ਚਿਹਰਾ ਮੋਰਾ ਪੰਜਾਬੀਆਂ ਦਾ, ਜਿੱਥੇ ਅਸੀਂ ਦਿਖਾਉਂਦੇ ਹਾਂ ਕਿ ਪਿਆਰ ਤੇ ਮੁਹੱਬਤ ਦੀ ਤੁਸੀਂ ਦੇਖ ਸਕਦੇ ਹੋ ਕਿ ਅਲਟੀਮੇਟ ਸਿਖਰ ਜਿਹਨੂੰ ਕਹਿ ਲੱਗ ਸਕਦੇ ਹੋ, ਉਹਦੇ ਵਿੱਚ ਇਹਨਾਂ ਨੂੰ ਇਨਕਲੂਡ ਕੀਤਾ ਜਾ ਸਕਦਾ। ਦੂਜੇ ਪਾਸੇ ਝਾਤ ਮਾਰੀਏ ਕਿ ਇਹਨਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਜਨੂਨ ਵੀ ਹੈ। ਉਹ ਜਨੂਨ ਜੇ ਆਪਣੀ ਆਜ਼ਾਦੀ ਦਾ, ਕਿ ਅਸੀਂ ਆਪਣੀ ਅਣਖ ਖਤਮ ਨਹੀਂ ਕਰਨੀ, ਕਿਸੇ ਦੇ ਥੱਲੇ ਕਿਸੇ ਦੇ ਪੈਰਾਂ ਥੱਲੇ ਪੀਣ ਨਹੀਂ ਦੇਣੀ। ਤਾਂ ਇਹੋ ਜਿਹਾ ਇੱਕ ਅੰਮ੍ਰਿਤਸਰ ਵੀ ਗਵਾਹ ਜੇ ਇੱਕ ਅੱਤ ਦੇ ਜ਼ੁਲਮ ਦਾ। 13 ਅਪ੍ਰੈਲ ਦਾ ਜਿਹੜਾ ਦਿਹਾੜ ਡਾਕਟਰ ਸਾਹਿਬਾ, ਮੈਂ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਦੇਖੋ ਅਸੀਂ ਪਿਆਰ ਦੀਆਂ ਵੀ ਗੱਲਾਂ ਕਰਨੇ ਆ, ਖੁਸ਼ੀਆਂ ਦੀਆਂ ਗੱਲਾਂ ਕਰਦੇ ਆ, ਕਿਉਂਕਿ ਤੁਸੀਂ ਜਿਹੜੇ ਕੰਮ ਦੇ ਨਾਲ ਜੁੜੇ ਹੋਏ ਹੋ ਉਹਦੇ ਵਿੱਚ ਸਾਡੀ ਨਵੀਂ ਪੌਦ ਨੂੰ ਥੋੜਾ ਜਿਹਾ ਮਾਜ਼ੀ, ਥੋੜਾ ਜਿਹਾ ਹਿਸਟਰੀ ਦਾ ਵੀ ਪਤਾ ਚੱਲਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਇਹ ਜਿਸ ਵੇਲੇ
ਜਲਿਆਂਵਾਲਾ ਬਾਗ ਹੋਇਆ ਸੀ, ਇੱਕ ਜਿਹੜਾ ਤਾਰੀਖ ਦਾ ਹਿੱਸਾ ਹੈ, ਉਹਦੇ ਤੇ ਤੁਸੀਂ ਖਾਸ ਤੌਰ ਤੇ ਸਾਨੂੰ ਦੱਸਣਾ ਹੈ, ਤਾਂ ਕਿ ਉਹ ਛਾਵਾਂ ਜਿਹੜੀਆਂ ਕਿ ਸਾਡੇ ਪੰਜਾਬੀ ਬੱਚਿਆਂ ਨੂੰ, ਸਾਡੇ ਨੌਜਵਾਨ ਨਸਲ ਨੂੰ ਭੁੱਲ ਗਈਆਂ, ਜਾਂ ਉਹਨਾਂ ਨੂੰ ਦੱਸਿਆ ਨਹੀਂ, ਜਾਂ ਕੁਝ ਜੋ ਵੀ ਵਜ੍ਹਾ ਬਣ ਗਈ। ਇਸ ਲਈ ਅੱਜ ਦਾ ਸ਼ੋਅ ਜਿਹੜਾ ਵੈ, ਤੁਸੀਂ ਉਹ ਜਿਹੜੀ ਦੁੱਖ ਤੇ ਆਨੰਦ ਦੀ ਗੱਲ ਹੈ, ਅਸੀਂ ਉਹਦੀ ਵੀ ਗੱਲ ਕਰਨੀ ਹੈ, ਤਾਂ ਜੇ ਸਾਡੇ ਆਉਣ ਵਾਲੀਆਂ ਨਸਲਾਂ, ਪੰਜਾਬੀ ਬੱਚੇ ਜਿਹੜੇ ਹੋਰ ਜਜ਼ਬੇ ਦੇ ਨਾਲ ਅੱਗੇ ਵਧਣ। ਬਿਲਕੁਲ, ਦੇਖੋ ਜਦੋਂ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ ਹੈ, ਉਹ ਨਸਲਾਂ ਤਬਾਹ ਕਰ ਸਕਦਾ ਜੇ, ਕਿਉਂਕਿ ਇਤਿਹਾਸ ਗਾਇਬ ਹੋਣ ਨਾਲ ਤੁਹਾਨੂੰ ਕੁਝ ਵੀ ਅਜਿਹਾ ਨਹੀਂ ਲੱਭਦਾ ਜਿਹਦੇ ਨਾਲ ਲਹੂ ਗਰਮਾਇਆ ਜਾ ਸਕੇ, ਜਾਂ ਆਉਣ ਵਾਲੀ ਉਹੀ ਜਿਹੀ ਜਦੋਂ ਔਖੇ ਸਮੇਂ ਲਈ ਤੁਸੀਂ ਜੂਝਣ ਲਈ ਤਿਆਰ ਕਿਵੇਂ ਹੋਣਾ, ਉਹ ਤੁਹਾਡੇ ਤੋਂ ਮਨਫੀ ਕਰ ਦਿੱਤਾ ਜਾਂਦਾ, ਖੋਹ ਲਿਆ ਜਾਂਦਾ, ਜਿਸ ਤੋਂ ਤੁਸੀਂ ਬਹੁਤ ਪਰਾਂ ਹੋ ਜਾਂਦੇ ਹੋ, ਤੇ ਫਿਰ ਕੁਝ ਪੁਸ਼ਤਾਂ ਬਾਅਦ ਉਹ ਬਿਲਕੁਲ ਨਾਮੋ ਨਿਸ਼ਾਨ ਮਿਟ ਜਾਂਦਾ। ਤੋ ਮੈਂ ਇੱਕ ਪੀੜ ਦੇ ਨਾਲ ਅੱਜ ਤੁਹਾਡੇ ਨਾਲ ਸਾਂਝ ਗੰਢਣ ਲੱਗੀ ਹਾਂ, ਹਾਲਾਂਕਿ ਖੁਸ਼ੀ ਦਾ ਤਿਉਹਾਰ ਹੈ, ਪਰ ਉਸ ਥਾਂ ਨਾਲ ਰਤਕ ਛੇੜਛਾੜ ਜੋ ਹੋਈ ਹੈ, ਦਰਅਸਲ ਮੈਂ ਕਿਉਂ ਇਤਿਹਾਸ ਦੀ ਗੱਲ ਕਰ ਰਹੀ ਹਾਂ ਕਿ ਆਪਾਂ ਗੱਲ ਕਰੀਏ ਜੇ 13 ਅਪ੍ਰੈਲ 1919 ਦੀ, ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਦੇਖੋ, ਉਸ ਸਮੇਂ ਵੀ ਕੋਈ ਜਾਤ ਪਾਤ ਧਰਮ ਇਹੋ ਜਿਹਾ ਪਾੜ ਨਹੀਂ ਸੀ, ਉਹਨਾਂ ਦੀ ਸਾਂਝ ਦਾ ਇੱਕ ਪ੍ਰਗਟਾਵਾ ਸੀ। ਕਮਾਲ ਵੇਖੋ ਕਿ ਉਹਦੇ ਚ ਬੱਚੇ, ਬਜ਼ੁਰਗ, ਔਰਤਾਂ, ਨੌਜਵਾਨ ਸਭ ਸੀ, ਤੇ ਫਿਰ ਉਹ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ, ਜਿਨ੍ਹਾਂ ਵਿੱਚ ਗੱਲ ਕੀ ਸੀ, ਉਹ ਬਹੁਤ ਅਹਿਮ ਹੈ ਕਿ ਆਜ਼ਾਦੀ ਲਈ ਜੂਝਦੇ ਜੋ ਘੁਲਾਟੀਏ ਸਨ, ਡਾਕਟਰ ਸੈਫੂਦੀਨ ਕਿਚਲੂ ਤੇ ਨਾਲੇ ਡਾਕਟਰ ਸਤਿਆਪਾਲ ਜੋ ਸਨ, ਇਹਨਾਂ ਨੂੰ ਕਿਉਂ ਫੜਿਆ ਗਿਆ? ਭਈ ਅਸੀਂ ਵਿਰੋਧ ਕਰਦੇ ਹਾਂ, ਯਾਨੀ ਗਲਤ ਗੱਲ ਨੂੰ ਗਲਤ ਕਹਿਣ ਦਾ ਦਮ ਰੱਖਦੇ ਨੇ ਪੰਜਾਬੀ। ਸਹੀ। ਤਾਂ ਉਹ ਚੀਜ਼ ਨੂੰ, ਉਸ ਪ੍ਰਗਟਾਵੇ ਚ ਨਾ ਕੋਈ ਬਜ਼ੁਰਗ ਰਿਹਾ ਪਿਛਾਂ, ਨਾ ਬੱਚਾ ਰਿਹਾ, ਨਾ ਔਰਤਾਂ ਰਹੀਆਂ, ਸੋ ਸਾਰੇ ਉੱਥੇ ਇਕੱਠੇ ਸਨ, ਇੱਕ ਸ਼ਾਂਤਮਈ ਵਿਰੋਧ। ਪੰਜਾਬੀ ਇਸੇ ਲਈ ਜਾਣੇ ਜਾਂਦੇ ਨੇ ਕਿ ਪਹਿਲਾਂ ਹੱਥ ਨਹੀਂ ਚੁੱਕਦੇ, ਸਹੀ ਕਹਿ ਰਹੇ, ਪਹਿਲਾਂ ਆਪਣਾ ਇਸੇ ਤਰ੍ਹਾਂ ਪ੍ਰਗਟਾਵਾ ਕਰਦੇ ਨੇ ਕਿ ਤੁਸੀਂ ਗਲਤ ਕੀਤਾ, ਤੇ ਅਸੀਂ ਆਪਣਾ ਹੱਕ ਮੰਗਦੇ ਹਾਂ, ਤੇ ਅਸੀਂ ਪਹਿਲਾਂ ਤਾਂ ਇੱਕ ਸ਼ਾਂਤਮਈ ਪ੍ਰਗਟਾਵੇ ਨਾਲ ਇਹ ਕਹਿ ਰਹੇ ਹਾਂ ਵੀ ਸਾਨੂੰ ਸਾਡਾ ਬਣਦਾ ਹੱਕ ਦਿਓ। ਇਹ ਪੰਜਾਬੀ ਅਜਿਹੀ ਕੌਮ ਨਹੀਂ ਜਿਹਨੂੰ ਬਹੁਤੀ ਦੇਰ ਤੱਕ ਤੁਸੀਂ ਦੱਬ ਸਕੋਗੇ, ਅਸੀਂ ਖੜੇ ਹੋਵਾਂਗੇ, ਅਸੀਂ ਬਗਾਵਤ ਕਰਾਂਗੇ, ਇਹ ਗਲਤ ਗੱਲ ਹੈ। ਸੋ ਗਲਤ ਨੂੰ ਗਲਤ ਕਹਿਣ ਦਾ ਦਮ ਰੱਖਣਾ ਵੀ ਪੰਜਾਬੀ ਹੋਈ ਜਾਣਦੇ ਨੇ। ਸਹੀ। ਸੋ ਉਸ ਤਰੀਕੇ ਜਿਵੇਂ ਦਾ ਉੱਥੇ ਸ਼ਾਂਤਮਈ ਜੋ ਪ੍ਰਗਟਾਵਾ ਸੀ ਆਪਣੇ ਅੰਦਰਲੇ ਵਿਰੋਧ ਦਾ, ਜਿਸ ਤਰੀਕੇ ਉਸ ਭੀੜੀ ਗਲੀ ਚੋਂ ਲੰਘਦਿਆਂ, ਜੋ ਉਸ ਮੈਂ ਤਾਂ ਕਿਉਂਕਿ ਬਚਪਨ ਅੰਮ੍ਰਿਤਸਰ ਵਿੱਚ ਹੀ ਗੁਜ਼ਾਰਿਆ, ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਉੱਥੇ ਹੀ ਸਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ, ਸੋ ਮੇਰਾ ਤੇ ਬਚਪਨ ਉੱਥੇ ਹੀ, ਜਦੋਂ ਅਜੇ ਬਣਦੀ ਸੀ ਯੂਨੀਵਰਸਿਟੀ, ਉੱਥੇ ਹੀ ਹੈ। ਸੋ ਉਸ ਥਾਂ ਤੇ ਤਾਂ ਪਾਪਾ ਜੀ ਜਦੋਂ ਲਿਜਾਂਦੇ ਸੀ ਵੀ ਜੇ ਇੱਕ ਨਾਲ ਤੁਸੀਂ ਮੱਥਾ ਟੇਕਣਾ ਉੱਥੇ ਹਰਿਮੰਦਰ ਸਾਹਿਬ ਵਿੱਚ, ਭਈ ਇੱਥੇ ਮੱਥਾ ਹਰ ਹਾਲ ਚ ਟੇਕ ਕੇ ਜਾਣਾ ਜੇ। ਮੈਨੂੰ ਅਜੇ ਵੀ ਉਹ ਭੁੱਲਦਾ ਨਹੀਂ ਕਿ ਜਦੋਂ ਮੈਂ ਉਹ ਭੀੜੀ ਗਲੀ ਚੋਂ ਲੰਘਣਾ, ਤੇ ਮੈਂ ਉਹ ਮਹਿਸੂਸ ਕਰਦੀ ਸਾਂ ਕਿ ਇੱਥੋਂ ਜਿਹੜੇ ਵੜੇ ਹੋਣੇ ਨੇ ਕਿਸ ਤਰੀਕੇ, ਤੇ ਅੰਦਰ ਵੜਦੇ ਸਾਰ ਜੋ ਮਾਹੌਲ ਦਿਖਦਾ ਸੀ, ਉੱਥੇ ਮਹਿਸੂਸ ਕੀਤੀਆਂ ਜਾਂਦੀਆਂ ਸੀ ਅੱਖਾਂ ਬੰਦ ਕਰਕੇ ਕਿ ਚੀਕਾਂ ਸੁਣਦੀਆਂ, ਦੇ ਦੋਸਿਆਂ ਉੱਤੇ ਕਿਵੇਂ ਉਦੋਂ ਤੱਕ ਗੋਲੀਆਂ ਵਰਾਈਆਂ ਗਈਆਂ ਜਦੋਂ ਤੱਕ ਗੋਲੀਆਂ ਨਹੀਂ ਮੁੱਕ ਗਈਆਂ। ਇਹ ਅੱਤ ਦਾ ਜ਼ੁਲਮ ਸੀ ਕਿ ਉਹਨਾਂ ਨੇ ਉਸ ਸਮੇਂ ਜਨਰਲ ਡਾਇਰ ਨੇ ਆਪਣੇ ਨਾਲ ਲਿਜਾ ਕੇ, ਹੁਣ ਕਮਾਲ ਦੇਖੋ ਕਿ ਐਂਗਲੋ ਇੰਡੀਅਨਸ ਆ, ਜੇ ਆਪਾਂ ਗੱਲ ਕਰੀਏ ਕਿ ਨਾਲ ਉਹਨਾਂ ਵਿੱਚ ਸਿਰਫ ਬਾਹਰੀ ਸਨ, ਉਹ ਵੀ ਨਹੀਂ, ਯਾਨੀ ਜਿਨ੍ਹਾਂ ਨੂੰ ਨਾਲ ਉਹ ਮਾਰਨ ਲਈ ਲੈ ਕੇ ਗਿਆ, ਉਹਨਾਂ ਵਿੱਚ ਵੀ ਭਾਰਤ ਦੇ ਹੀ ਜਿੰਦੇ ਸ਼ਾਮਲ ਸਨ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਵਿੱਚੋਂ ਹੀ ਸਨ ਕੁਝ ਵਿਕ ਜਾਣ ਵਾਲੇ, ਜੇ ਉਸ ਸਮੇਂ ਆਵਾਜ਼ ਚੁੱਕ ਜਾਂਦੇ, ਖੜ ਜਾਂਦੇ ਕਿ ਇਹ ਸਾਡੇ ਹੀ ਨੇ ਤੇ ਠੀਕ ਗੱਲ ਹੀ ਖੜੇ ਨੇ, ਤਾਂ ਸ਼ਾਇਦ ਇਹ ਨਾ ਵਾਪਰਦਾ। ਸੋ ਕੁਝ ਬੁੱਚੜਾਂ ਲਈ, ਯਾਨੀ ਕੁਝ ਪੈਸਿਆਂ ਪਿੱਛੇ ਵਿਕ ਜਾਣ ਵਾਲੇ ਵੀ ਸਾਡੇ ਸਨ, ਜਿਨ੍ਹਾਂ ਸਦਕਾ ਚੁਫੇਰਿਓਂ ਉਸ ਭੀੜੀ ਗਲੀ ਚੋਂ ਘੇਰਾ ਪਾ ਲਿਆ ਗਿਆ, ਬਾਹਰ ਨਿਕਲਣ ਦਾ ਹੋਰ ਕੋਈ ਰਾਹ ਨਹੀਂ ਸੀ। ਤੇ ਜਿਸ ਤਰੀਕੇ ਲੋਕਾਂ ਨੇ ਉੱਥੇ ਖੂਹ ਦੇ ਵਿੱਚ ਛਾਲਾਂ ਮਾਰੀਆਂ ਬਚਣ ਲਈ, ਕਿਵੇਂ ਮੈਂ ਆਪ ਵੇਖ ਕੇ ਆਈ ਹਾਂ, ਕਿਵੇਂ ਗੋਲੀਆਂ ਨਾਲ ਛਲਣੀ ਹੋਏ ਹੋਏ ਉੱਥੇ ਸਾਰੀਆਂ ਕੰਧਾਂ ਖੂਹ ਦੇ ਵਿੱਚ ਕਿਵੇਂ ਉਹ ਡਿੱਗੇ ਹੋਣੇ ਨੇ, ਕਿਸ ਤਰੀਕੇ ਉਹ ਸਾਰਾ ਕੁਝ ਦੇਖ ਕੇ, ਸੱਚ ਜਾਣਿਓ ਸ਼ਗੁਫਤਾ ਜੀ, ਉਸ ਖੂਹ ਕੋਲ ਖੜੀ ਹੋ ਕੇ ਮੈਂ ਰੋ ਕੇ ਆਂਦੀ ਸਾਂ, ਛੋਟੀ ਜਿਹੀ ਬੱਚੀ ਵੀ,
ਕਿ ਮੈਨੂੰ ਇਹਦੇ ਵਿੱਚੋਂ ਅੱਜ ਵੀ ਚੀਕਾਂ ਸੁਣਦੀਆਂ ਕਿ ਮੇਰੀ ਕੋਈ ਮਾਂ ਦੀ ਉਮਰ ਦੀ, ਕੋਈ ਮੇਰੀ ਨਿੱਕੀ ਜਿਹੀ ਧੀ ਦੀ ਉਮਰ ਦੀ, ਕੋਈ ਬੱਚੀ, ਕੋਈ ਬਜ਼ੁਰਗ ਕਿਵੇਂ ਉਹ ਹਫੜਾ ਤਫੜੀ ਵਿੱਚ ਉਸ ਸਮੇਂ ਦੌੜੇ ਮਰੇ ਤੇ ਚੁਫੇਰੇ ਲਾਸ਼ਾਂ ਫੈਲਾ ਦਿੱਤੀਆਂ ਗਈਆਂ। ਮੈਨੂੰ ਉਦੋਂ ਛਪੀ ਸੀ ਅਖਬਾਰ ਵਿੱਚ ਇੱਕ ਬੇਵਾਦੀ ਕਹਾਣੀ, ਜਿਸਨੇ ਲਿਖਿਆ ਸੀ, ਮੇਰਾ ਅੱਜ ਵੀ ਦਿਲ ਭਰ ਜਾਂਦਾ ਸੁਣਾਉਂਦਿਆਂ। ਪਰ ਡਾਕਟਰ ਸਾਹਿਬ ਇਹਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਤਾਂ ਕਿ ਸਾਡੀ ਯੂਥ ਨੂੰ ਪਤਾ ਚੱਲੇ ਕਿ ਤੁਸੀਂ ਦੇਖੋ ਕਿੰਨੀਆਂ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਔਰ ਆਪਣੇ ਉਸ ਵੇਲੇ ਨੂੰ ਜਦੋਂ ਉਹ ਉਹਨਾਂ ਦਾ ਖੁਸ਼ੀਆਂ ਦਾ ਦਿਹਾੜ ਸੀ, ਆਪਣਾ ਦੇਖੋ ਨਾ ਢੋਲ ਢਮੱਕੇ ਦਾ, ਖੁਸ਼ੀ ਦਾ, ਫਰੈਸ਼ਨੈਸ ਦਾ, ਨੱਚ ਗਾਣੇ ਦਾ ਸੀ ਤੇ ਉਹਦੇ ਵਿੱਚੋਂ ਜ਼ੁਲਮ ਦੇ ਸਾਹਮਣੇ ਮਤਲਬ ਉਹ ਡਟੇ ਰਹੇ, ਜਿਹੜੀ ਉਹਨਾਂ ਦੀ ਜ਼ੁਲਮ ਦੀ ਸਿਖਰ ਸੀ। ਜਿੱਥੇ ਦੇਖੋ ਉਹ ਮੁਸਲਮਾਨ ਬੇਟੀ ਸੀ ਜਿਸ ਦਾ ਮੈਂ ਪੜ੍ਹਿਆ, ਫਿਰ ਉਸ ਤੋਂ ਮੈਨੂੰ ਪੜ੍ਹਾਇਆ ਪਾਪਾ ਜੀ ਨੇ ਕਿ ਦੇਖ ਕਿ ਉਸ ਸਮੇਂ ਦੀਆਂ ਔਰਤਾਂ ਵੀ ਕਿੰਨੀਆਂ ਤਗੜੀਆਂ ਸੀ। ਉਸ ਔਰਤ ਨੇ ਲਿਖਿਆ ਸੀ ਕਿ ਮੇਰਾ ਪਤੀ ਕਰਾ ਰਿਹਾ ਸੀ, ਆਖਰੀ ਸਾਹਾਂ ਤੇ ਸੀ, ਤੇ ਮੈਂ ਉਸੇ ਹੀ ਥਾਂ ਤੇ ਲਾਸ਼ਾਂ ਖਿਲਰੀਆਂ ਵਿੱਚ ਗਈ ਨਹੀਂ ਬਾਹਰ, ਮੈਂ ਉਹਦਾ ਸਿਰ ਆਪਣੀ ਝੋਲੀ 'ਚ ਰੱਖਿਆ ਸੀ ਤਾਂ ਕਿ ਕੁੱਤੇ ਉਸ ਨੂੰ ਨਾ ਚੂੰਡ ਸਕਣ। ਕਾਂ ਉੱਥੇ ਫਿਰਦੇ ਸੀ, ਕੁੱਤੇ ਫਿਰਦੇ ਸੀ, ਤੇ ਮੇਰੇ ਕੋਲ ਕਿਉਂਕਿ ਸਿਰ 'ਚ ਰੱਖਿਆ ਸੀ ਝੋਲੀ 'ਚ, ਆਖਰੀ ਸਾਹਾਂ ਤੇ ਪਿਆ ਮੇਰਾ ਹੀ ਪਤੀ, ਤੇ ਮੈਂ ਚਾਹ ਰਹੀ ਸਾਂ ਕਿ ਆਲੇ ਦੁਆਲੇ ਜਿੰਨੀਆਂ ਵੀ ਲਾਸ਼ਾਂ ਬਚਾ ਸਕਾਂ ਇਹਨਾਂ ਕੁੱਤਿਆਂ ਜਾਂ ਕਾਵਾਂ ਤੋਂ, ਉਹਨਾਂ ਨੂੰ ਛੂ ਛੂ ਕਰਦੀ ਹਰਾਂਦੀ ਮੈਂ ਰਾਤ ਭਰ ਇਕੱਲੀ ਲਾਸ਼ਾਂ ਵਿੱਚ ਬੈਠੀ ਰਹੀ। ਤੇ ਉਸ ਦਾ ਲਿਖਿਆ ਸੀ ਕਿ ਮੈਂ ਇੱਕ ਵੀ ਹੰਝੂ ਨਹੀਂ ਵਹਾਇਆ, ਕਿਉਂਕਿ ਮੈਨੂੰ ਦਿਖਦੇ ਸਨ ਚੁਫੇਰੇ ਇਹ ਸ਼ਹੀਦ ਨੇ। ਮੈਨੂੰ ਨਿੱਕਾ ਬੱਚਾ ਵੀ ਦਿਖਿਆ ਉੱਥੇ ਹੀ ਪਿਆ, ਤੇ ਮੈਨੂੰ ਬਹੁਤ ਸਾਰੇ ਦੂਰ ਦਿਖਦੇ ਸਨ ਜੁੱਤੀਆਂ ਹੀ ਜੁੱਤੀਆਂ, ਤੇ ਫਿਰ ਉਹ ਖੂਹ ਵੀ ਦਿਖ ਰਿਹਾ ਸੀ। ਪਰ ਮੈਂ ਛੱਡ ਕੇ ਉੱਠਦੀ ਤਾਂ ਕਿਹਦੇ ਲਈ, ਕਿਵੇਂ ਕਰਦੀ? ਮੇਰੇ ਜਦੋਂ ਗੋਦ ਦੇ ਵਿੱਚ ਹੀ ਮੇਰੇ ਪਤੀ ਨੇ ਦਮ ਤੋੜਿਆ ਤਾਂ ਫਿਰ ਉੱਥੇ ਹੀ ਇੱਕ ਕਿਸੇ ਦੀਆਂ ਜੁੱਤੀਆਂ ਹੀ ਸੀ, ਉਹਨਾਂ ਦੇ ਉੱਤੇ ਹੀ ਸਿਰ ਰੱਖ, ਤੇ ਮੈਂ ਫਿਰ ਜਿੰਨਾ ਉਡਾ ਸਕਦੀ ਸਾਂ ਕਾਵਾਂ ਨੂੰ, ਜਿੰਨੇ ਕੁੱਤਿਆਂ ਨੂੰ ਪਰਾਂ ਕਰ ਸਕਦੀ ਸਾਂ, ਮੈਂ ਉਦੋਂ ਤੱਕ ਕਰੀ ਗਈ ਜਦ ਤੱਕ ਹਿੰਮਤ ਸੀ, ਜਦ ਤੱਕ ਡਿੱਗ ਨਾ ਗਈ। ਬਰਦਾਸ਼ਤ ਦੀ ਸਿਖਰ ਸੀ। ਤੁਸੀਂ ਪੜ੍ਹ ਕੇ ਅੱਖਾਂ ਗਿੱਲੀਆਂ ਕੀਤੇ ਬਗੈਰ ਰਹਿ ਨਹੀਂ ਸਕਦੇ। ਫਿਰ ਇੰਨੀਆਂ ਲਾਸ਼ਾਂ, ਤੇ ਜਿਸ ਤਰੀਕੇ ਬਾਅਦ ਵਿੱਚ ਵੀ ਉਹ ਗੋਲੀਆਂ ਦੇ ਨਿਸ਼ਾਨ, ਉਹ ਬਰਬਰਤਾ ਜੋ ਸਿਖਰਾਂ ਦੀ ਸੀ, ਜਿਹਦੇ ਲਈ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬ੍ਰਿਟੇਨ ਨੇ ਇਹਦੇ ਲਈ ਕਦੇ ਵੀ ਅਪੋਲੋਜੀ ਨਹੀਂ ਮੰਗੀ। ਅਪੋਲੋਜੀ ਤੇ ਬਣਦੀ ਹੈ, ਅਪੋਲੋਜੀ ਤੇ ਬਣਦੀ ਹੈ ਵੈਸੇ, ਬਿਲਕੁਲ, ਪਰ ਉਹਨਾਂ ਨੇ ਕੀ ਕਿਹਾ ਸੀ, ਵੀ ਡੀਪਲੀ ਰਿਗਰੈਟ, ਇਹ ਲਿਖਿਆ ਜੇ, ਦੇਖੋ ਉਹਨਾਂ ਵੱਲੋਂ ਕਿਹਾ, ਅਪੋਲੋਜੀ ਨਹੀਂ ਉਹਨਾਂ ਨੇ ਕੀਤੀ। ਹਾਲਾਂਕਿ ਉਸ ਤੋਂ ਬਾਅਦ ਜੋ ਫਿਰ ਸਾਰੇ ਪਾਸੇ ਰੌਲਾ ਪਿਆ, ਜਿਸ ਤਰੀਕੇ ਹਰ ਇੱਕ ਜਿਹੜਾ ਇਸ ਦੇ ਵਿਰੋਧ 'ਚ ਖੜਾ ਹੋਇਆ, ਉਹਨਾਂ ਨੇ ਕਿਹਾ ਕਿ ਅਸੀਂ ਇਸ ਤੋਂ ਬਾਅਦ ਇੰਨੀ ਬਰਬਰਤਾ ਨਹੀਂ ਕਰਾਂਗੇ। ਇਹ ਬਾਅਦ 'ਚ ਉਹਨਾਂ ਨੂੰ ਕਹਿਣਾ ਪਿਆ, ਪਰ 2019 ਵਿੱਚ ਵੀ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਵੀ ਡੀਪਲੀ ਰਿਗਰੈਟ। 2019 'ਚ ਆ ਕੇ ਤੁਸੀਂ ਵੇਖੋ ਤਾਂ ਸਹੀ ਕਿ ਇੰਨੇ ਸਾਲਾਂ ਬਾਅਦ, 100 ਸਾਲ ਬਾਅਦ ਤੁਸੀਂ ਸਿਰਫ ਇੰਨਾ ਹੀ ਕਹਿੰਦੇ ਹੋ, ਸ਼ਰਮ ਦੀ ਗੱਲ ਏ। ਤੇ ਉੱਥੇ ਅੱਜ ਬੜੇ ਫਖਰ ਨਾਲ ਕਹਿਣਾ ਪੈਂਦਾ ਵੀ ਉਸੇ ਬ੍ਰਿਟੇਨ ਵਿੱਚ ਅੱਜ ਸਾਡੇ ਮੁਸਲਮਾਨ ਵੀਰ, ਅੱਜ ਸਾਡੇ ਸਿੱਖ ਵੀਰ, ਅੱਜ ਸਾਡੇ ਹਿੰਦੂ ਵੀਰ, ਸਾਡੇ ਪੰਜਾਬੀ, ਮੈਂ ਕਿਉਂ ਨਾਮ ਅਲੱਗ-ਅਲੱਗ ਕਰ ਰਹੀ ਹਾਂ, ਸਾਡੇ ਪੰਜਾਬੀ ਸਾਰੇ ਇੱਕ ਹੀ ਆ। ਹਾਂਜੀ, ਬਿਲਕੁਲ, ਉਹ ਜਿਸ ਤਰੀਕੇ ਸਿਖਰਾਂ ਛੂ ਰਹੇ ਨੇ, ਜਿਸ ਤਰੀਕੇ ਬ੍ਰਿਟੇਨ ਦੀ ਇਕਾਨਮੀ ਅੱਗੇ ਲਿਜਾ ਰਹੇ ਨੇ, ਜਿਵੇਂ ਉਹਨਾਂ ਦੀਆਂ ਹੀ ਈਸਟ ਇੰਡੀਆ ਕੰਪਨੀ ਤੱਕ ਦੇ ਮਾਲਕ ਸਾਡੇ ਜਦੋਂ ਬਣ ਰਹੇ ਹੋਣ, ਤੁਸੀਂ ਸਮਝ ਸਕਦੇ ਹੋ ਕਿ ਇਹ ਹੁੰਦਾ ਜੇ ਇਤਿਹਾਸ ਜਦੋਂ ਯਾਦ ਰੱਖਦੇ ਆ ਤਾਂ ਕਿਵੇਂ ਆਉਣ ਵਾਲਾ ਸਮਾਂ ਮੂੰਹ ਤੋੜ ਜਵਾਬ ਦਿੰਦਾ ਜੇ ਇਸ ਤਰੀਕੇ ਦਾ। ਜਦੋਂ ਅੱਤ ਦਾ ਜ਼ੁਲਮ ਹੋਇਆ ਹੋਵੇ ਤਾਂ ਲੋਕ ਖੜੇ ਹੁੰਦੇ ਨੇ, ਜਿਨ੍ਹਾਂ ਵਿੱਚੋਂ ਅਸੀਂ ਮੈਂ ਨਾਮ ਲੈਣਾ ਚਾਹੁੰਦੀ ਹਾਂ, ਸ਼ਹੀਦ ਪੀਰ ਊਧਮ ਸਿੰਘ ਦਾ। ਵੇਖੋ, ਯਤੀਮ ਖਾਨੇ ਚੋਂ ਖੜਾ ਹੋਇਆ ਇੱਕ ਬੱਚਾ, ਜਿਹਦੇ ਨਾਲ ਹੋਰ ਦੋਸਤ ਵੀ ਸਨ, ਜੋ ਪਾਣੀ ਪਿਆਉਣ ਦਾ ਜ਼ਿੰਮਾ ਲੈ ਕੇ ਉੱਥੇ ਜਾ ਰਹੇ ਸਨ ਕਿ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ, ਕਿਉਂਕਿ ਇਕੱਠ ਜੇ ਇੱਕ ਯਤੀਮ ਖਾਨੇ ਨੂੰ ਅਸੀਂ ਕਹਿ ਸਕਦੇ ਹਾਂ ਜਿੱਥੇ ਉਹਨਾਂ ਦੇ ਸਿਰਾਂ ਤੇ ਮਾਂ ਜਾਂ ਪਿਓ ਨਹੀਂ ਸੀ, ਕੋਈ ਅਗਵਾਈ ਕਰਨ ਵਾਲਾ ਨਹੀਂ ਸੀ, ਕੋਈ ਦੱਸਣ ਵਾਲਾ ਨਹੀਂ ਸੀ ਕੀ ਕਰਨਾ। ਪਰ ਉਹ ਬੱਚੇ ਦਾ ਵੀ ਅੱਤ ਦਾ ਜ਼ੁਲਮ ਵੇਖ ਕੇ 19 ਵਰਿਆਂ ਦਾ ਕਿਸ ਤਰੀਕੇ ਖੜਾ ਹੋਇਆ ਕਿ ਮੈਂ ਤਾਂ ਬਦਲਾ ਲੈਣਾ ਹੀ ਲੈਣਾ, ਇਹ ਅੱਤ ਦਾ ਜ਼ੁਲਮ ਹੈ। ਸੋ ਇਹ ਹੁੰਦੀ ਜੀ ਸਾਡੇ ਪੰਜਾਬੀਆਂ ਦੇ ਲਹੂ ਦੇ ਵਿੱਚ
ਇਹ ਚੀਜ਼ ਕਿ ਜੇ ਜ਼ੁਲਮ ਹੋਇਆ ਤਾਂ ਉਹਦਾ ਜਵਾਬ ਜ਼ਰੂਰ ਦੇਣਾ। ਯਾਨੀ ਉਹ ਜ਼ੁਲਮ ਦਾ ਜਿਸ ਤਰੀਕੇ ਦਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੇ, ਮਾਰਿਆ ਜਿਸ ਵੱਲੋਂ ਆਰਡਰ ਹੋਇਆ ਸੀ ਗਵਰਨਰ ਆਫ ਪੰਜਾਬ ਵੱਲੋਂ, ਓਡਵਾਇਰ ਦੇ ਵੱਲੋਂ, ਜਿਵੇਂ ਉਹਨਾਂ ਨੇ ਫਿਰ ਉਹਨੂੰ ਮਾਰਿਆ, ਤੇ ਜਿਵੇਂ ਫਿਰ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਹਾਂਜੀ ਹਾਜ਼ਰ ਹਾਂ, ਮੈਂ ਤਾਂ ਇਹ ਕਰਨਾ ਹੀ ਸੀ ਕਿਉਂਕਿ ਇਹ ਜ਼ੁਲਮ ਮੱਤਦਾ ਸੀ, ਅਸੀਂ ਬਦਲਾ ਲੈਣਾ ਜਾਣਦੇ ਹਾਂ, ਅਸੀਂ ਪੰਜਾਬੀ ਇਸ ਤਰੀਕੇ ਨਹੀਂ ਛੱਡਦੇ ਸਾਡੇ ਤੇ ਜ਼ੁਲਮ ਕਰਨ ਵਾਲਿਆਂ ਨੂੰ, ਕਿਸੇ ਹੀ ਸਦੀ ਚ ਆ ਜਾਓ ਅਸੀਂ ਉਹਦਾ ਇਸੇ ਤਰ੍ਹਾਂ ਹੀ ਜਵਾਬ ਦਿੰਦੇ ਹਾਂ। ਸੋ ਵੇਖੋ ਕਿ ਗਦਰ ਪਾਰਟੀ ਵੀ ਬਣੀ, ਸਭ ਕੁਝ ਹੋਇਆ, ਜਿਸ ਤਰੀਕੇ ਫਿਰ ਉਹਨਾਂ ਨੂੰ ਬਾਹਰ ਵੀ ਧੱਕਿਆ ਗਿਆ, ਉਹਨਾਂ ਤੋਂ ਆਜ਼ਾਦੀ ਵੀ ਲਈ ਗਈ। ਪਰ ਗੱਲ ਇਹ ਹੈ ਕਿ ਇਸ ਤਰੀਕੇ ਦਾ ਜ਼ੁਲਮ ਜੋ ਹੋਇਆ ਉਹਦੀ ਯਾਦਗਾਰ ਨਾਲ ਛੇੜਖਾਨੀ ਕਰਕੇ, ਜਿਵੇਂ ਅਸੀਂ ਉੱਥੋਂ ਮਿਟਾ ਦਿੱਤਾ ਇਹ ਪੰਜਾਬੀ ਹੋਣ ਦਾ ਆਧਾਰ, ਅਸੀਂ ਉਹਨੂੰ ਥੋੜਾ ਜਿਹਾ, ਮੈਂ ਨਹੀਂ ਕਹਿ ਰਹੀ ਕਿ ਮੈਂ ਕਿਸੇ ਵੀ ਦੇ ਵਿਰੁੱਧ ਆ, ਮਤਲਬ ਉਹਨੂੰ ਇੱਕ ਹਿੰਦੂਇਜ਼ਮ ਦਾ ਟਰਨ ਦੇਣਾ, ਇੱਕ ਸਿਆਸਤ ਦਾ ਹਿੱਸਾ ਬਣਾਉਣਾ ਗਲਤ ਗੱਲ ਸੀ। ਸਾਨੂੰ ਪੰਜਾਬੀ ਰਹਿਣ ਦਿੰਦੇ, ਉਹਦੇ ਵਿੱਚ ਸਾਡਾ ਤਾਂ ਹਿੰਦੂ ਵੀਰ ਵੀ ਸਾਡਾ ਵੀਰ ਹੈ ਨਾ, ਅਸੀਂ ਉਹਨੂੰ ਜੱਫੀ ਪਾ ਕੇ ਬੋਲਣਾ, ਸਾਡਾ ਸਿੱਖ ਵੀਰ ਵੀ ਸਾਡਾ ਓਨਾ ਹੀ ਵੀਰ ਹੈ, ਸਾਡਾ ਮੁਸਲਮਾਨ ਵੀਰ ਵੀ ਓਨਾ ਵੀਰ ਹੈ। ਪਰ ਉਹ ਹੁਣ ਪੰਜਾਬੀ ਚਾਹੀਦਾ ਕਿਉਂਕਿ ਉਹ ਜਜ਼ਬਾ ਪੰਜਾਬੀਆਂ ਦਾ ਸਰਹੱਦਾਂ ਨਹੀਂ ਪਰਾਂ ਕਰ ਸਕਦੀਆਂ, ਪਰ ਉਸਨੂੰ ਜਿਸ ਤਰੀਕੇ ਰਾਹ ਵੀ ਚੌੜਾ ਕਰ ਦੇਣਾ ਕਿ ਉਹ ਦਰਦ ਮਹਿਸੂਸ ਨਾ ਹੋਵੇ। ਹੁਣ ਉਹ ਥਾਂ ਇਸ ਤਰੀਕੇ ਦੀ ਹੈ ਜਿੱਥੇ ਤੁਸੀਂ ਜਸ਼ਨ ਮਨਾ ਸਕਦੇ ਹੋ, ਪਰ ਉੱਥੋਂ ਪੀੜ ਦਾ ਅਹਿਸਾਸ ਗਾਇਬ ਹੋ ਗਿਆ। ਉਹ ਗੋਲੀਆਂ ਵੇਖ ਕੇ ਜੋ ਸਾਡਾ ਵਿੰਨਿਆ ਜਾਂਦਾ ਸੀ ਦਿਲ, ਸਾਨੂੰ ਤਿਆਰ ਕਰਦਾ ਸੀ ਫਿਰ ਕਿਸੇ ਇਸੇ ਤਰ੍ਹਾਂ ਦੇ ਜ਼ੁਲਮ ਲਈ ਅਸੀਂ ਮੂੰਹ ਤੋੜ ਜਵਾਬ ਦੇਣਾ, ਉਹ ਚੀਜ਼ ਗਾਇਬ ਕਰਨੀ ਸਹੀ ਨਹੀਂ ਹੈ। ਉਹ ਇਸ ਤੋਂ ਤਦ ਵਾਸਤੇ ਤੁਸੀਂ ਦੇਖੋ ਅੱਜ ਦੇ ਦਿਹਾੜ ਤੇ ਮੇਰਾ ਦਿਲ ਇਹੀ ਸੀ ਕਿ ਅਸੀਂ ਪਹਿਲੇ, ਤੁਸੀਂ ਹੋਰ ਵੀ ਇਨਸਾਨੀਅਤ ਦਾ ਤੁਸੀਂ ਬਹੁਤ ਕੰਮ ਕਰ ਰਹੇ ਹੋ, ਤੁਸੀਂ ਜਿਹੜਾ ਸੋਸ਼ਲ ਕੰਮ ਕਰ ਰਹੇ ਹੋ, ਮੈਂ ਕਹਿੰਦੀ ਹਾਂ ਤੁਹਾਡੇ ਹਰ ਕੰਮ ਤੋਂ ਕਿਤੇ ਵੱਧ ਹੈ। ਅਸੀਂ ਜਦੋਂ ਇਹ ਹਿਊਮੈਨਿਟੀ ਦੀ ਗੱਲ ਕਰਦੇ ਹਾਂ ਤੇ ਆਪਣੇ ਗੋਏ ਵੀ ਕਰਦੇ ਹਾਂ ਹਿਊਮੈਨਿਟੀ, ਉਹ 19 ਦਾ ਟਾਈਮ ਔਰ ਜਲਿਆਂਵਾਲਾ ਬਾਗ ਦਾ ਟਾਈਮ ਤੇ ਅੱਜ ਦੇ ਟਾਈਮ ਨੂੰ ਤੁਸੀਂ ਅਗਰ ਦੇਖੋ ਤੇ ਤੁਸੀਂ ਕੀ ਕੰਪੈਰੀਜ਼ਨ ਕਰ ਸਕਦੇ ਹੋ? ਦੇਖੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਜ਼ਾਲਮ ਹਰ ਸਦੀ ਪੈਦਾ ਹੁੰਦੇ ਨੇ। ਜੇ ਸਾਨੂੰ ਇਹ ਕਿਤੇ ਗਲਤ ਫਹਿਮੀ ਹੈ ਕਿ ਉਹ ਬਸ ਇੱਕ ਵਾਰ ਆਉਣਗੇ ਤੇ ਫਿਰ ਤੁਰ ਜਾਣਗੇ, ਇਹ ਨਹੀਂ ਹੁੰਦਾ। ਇਸੇ ਲਈ ਇਹ ਇਤਿਹਾਸ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਜ਼ਾਲਮਾਂ ਨੇ ਹਰ ਸਦੀ ਆਣਾ ਹੈ, ਪਰ ਮੂੰਹ ਤੋੜ ਜਵਾਬ ਦੇਣ ਵਾਲੇ ਯੋਧੇ ਤਿਆਰ ਸਿਰਫ ਉਸੇ ਇਤਿਹਾਸ ਚੋਂ ਹੁੰਦੇ ਨੇ। ਜਿਹੜਾ ਸ਼ਹੀਦਾਂ ਨਾਲ ਸਿੰਜੀ ਹੋਵੇ ਨਾ, ਲਹੂ ਦੀ, ਜਿਹੜੇ ਉਹਨਾਂ ਦੇ ਲਹੂ ਨਾਲ ਜੋ ਧਰਤੀ ਸਿੰਜੀ ਹੋਵੇ, ਉਸੇ ਲਹੂ ਚੋਂ ਹੀ ਕ੍ਰਾਂਤੀਕਾਰੀ ਪੈਦਾ ਹੁੰਦੇ ਨੇ। ਤੇ ਜਦੋਂ ਅਸੀਂ ਉਹ ਲਹੂ ਨਾਲ ਸਿੰਜੀ ਧਰਤੀ ਨੂੰ ਇੱਕ ਖੁਸ਼ਨੁਮਾ ਮਾਹੌਲ ਦੇ ਦਿਆਂਗੇ, ਜਿੱਥੇ ਅਸੀਂ ਫੁੱਲ ਬੂਟੇ ਬੀਜ ਕੇ ਇੱਕ ਪਾਰਟੀ ਕਰਨ ਦਾ ਇੱਥੇ ਐਟਮੋਸਫੇਅਰ ਤਿਆਰ ਕਰ ਦਿਆਂਗੇ, ਤਾਂ ਫਿਰ ਉਸ ਤਰੀਕੇ ਦਾ ਇਤਿਹਾਸ ਖੋਣਾ ਬਹੁਤ ਖਤਰਨਾਕ ਹੁੰਦਾ ਜੀ, ਬਹੁਤ ਖਤਰਨਾਕ। ਕਿਉਂਕਿ ਇਹੋ ਜਿਹੀ ਅੱਖ ਜੋ ਉੱਥੇ ਜਾ ਕੇ ਗਿੱਲੀ ਨਾ ਹੋਵੇ, ਖੁਸ਼ੀ ਦੇ ਅਹਿਸਾਸ ਨਾਲ ਮੁੜੇ, ਤਾਂ ਅਸੀਂ ਉੱਥੇ ਦੀਆਂ ਜਿਹੜੇ ਸ਼ਹੀਦਾਂ ਦੇ ਲਹੂ ਡੁੱਲੇ ਸੀ, ਜਿਨ੍ਹਾਂ ਨੇ ਉਹ ਰਾਤ ਅੱਧ ਮੋਇਆਂ ਨੇ ਲੰਘਾਈ, ਜਿਨ੍ਹਾਂ ਨੇ ਸਵਾਸ ਛੱਡੇ, ਜਾਂ ਜਿਹੜੀਆਂ ਬੇਵਾ ਕੋਈ ਬਚੀਆਂ, ਮੈਨੂੰ ਦੱਸੋ ਉਹਨਾਂ ਦੇ ਅਸੀਂ ਗੁਨਾਹਗਾਰ ਹਾਂ। ਉਹ ਸਾਡੇ ਵਰਗਿਆਂ ਲਈ ਸਨ ਇਕੱਠੇ ਹੋਏ ਕਿ ਅਸੀਂ ਅੱਜ ਜੇ ਆਜ਼ਾਦ ਹਾਂ ਤਾਂ ਉਹਨਾਂ ਸਦਕਾ, ਕਿ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਉਹ ਕੁਰਬਾਨੀਆਂ ਸਦਕਾ ਅਸੀਂ ਖੜੇ ਹਾਂ। ਤੇ ਜੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਭੁਲਾ ਦਿਆਂਗੇ ਤਾਂ ਮੈਨੂੰ ਦੱਸੋ ਇਹ ਭੁੱਲਾਂ ਬਖਸ਼ਵਾਉਣੀਆਂ ਕਿੱਥੇ? ਸੋ ਉਹ ਚੀਜ਼ ਸਾਡੇ ਅੱਗੋਂ ਆਉਣ ਵਾਲੇ ਸਮੇਂ ਤੋਂ ਬਚਾਉਣ ਲਈ, ਜਿੱਥੇ ਅੱਜ ਵੀ ਗੱਡੀਆਂ ਵੀ ਸੜਦੀਆਂ ਨੇ, ਖੂਹ ਵੀ ਨੇ ਜਿਨ੍ਹਾਂ ਵਿੱਚ ਅੱਜ ਵੀ ਮਾਰ ਕੇ ਉਸੇ ਤਰ੍ਹਾਂ ਸੁੱਟੇ ਜਾਂਦੇ ਨੇ। ਫਿਰ ਸ਼ਗੁਫਤਾ ਜੀ ਜਿਹੜੀਆਂ ਧੀਆਂ ਵੱਡੀਆਂ ਜਾਂਦੀਆਂ, ਤੁਸੀਂ ਤੇ ਕੰਮ ਧੀਆਂ ਭੈਣਾਂ ਦਾ, ਬੇਟੀਆਂ ਦਾ ਇੰਨਾ ਕੰਮ ਕਰ ਰਹੇ ਹੋ, ਤਾਂ ਤੁਹਾਡੇ ਤੋਂ ਵੱਧ ਕੌਣ ਸਮਝ ਸਕਦਾ ਹੈ? ਹਲੇ ਵੀ ਉਸੇ ਤਰ੍ਹਾਂ ਜ਼ੁਲਮ ਦੇ ਬਿਲਕੁਲ ਜਿਸ ਤਰੀਕੇ ਦੀ ਪੀੜ ਅਸੀਂ ਸਦੀਆਂ ਪਹਿਲਾਂ ਦੀ ਜੋ ਸੁਣਦੇ ਹਾਂ ਕਿ ਕਿਵੇਂ ਲਿਖਿਆ ਵੀ ਮਿਲਦਾ ਜੇ, ਕਿਵੇਂ ਭਿੰਡੀਆਂ ਵਾਂਗ, ਇਹ ਸ਼ਬਦ ਮੈਂ ਪੜ੍ਹੇ ਨੇ ਕਿ ਕਿਵੇਂ ਭਿੰਡੀਆਂ ਵਾਂਗ ਉਹਨਾਂ ਦੇ ਜਿਸਮ ਕੁਤਰੇ ਗਏ ਨੇ। ਓਏ ਹੋਏ, ਇਹ ਸ਼ਬਦ ਸੁਣਨੇ ਤੇ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ, ਮਾਫ ਕਰਿਓ ਕਿ ਜਿਸ ਤਰੀਕੇ ਦੇ ਅੱਜ ਦੇ ਜ਼ੁਲਮ ਹੁੰਦੇ ਨੇ, ਉਹ ਤਾਂ ਬਿਆਨ ਨਹੀਂ ਕੀਤੇ ਜਾਂਦੇ, ਜਿੱਥੇ ਅਸੀਂ ਪਹਿਲਾਂ ਨਾਲੋਂ ਹੋਰ
ਬਦਸੂਰਤ ਚਿਹਰੇ ਲੈ ਕੇ ਅੱਗੇ ਆ ਰਹੇ ਆ। ਮੈਂ ਬਦਸੂਰਤ ਇਸ ਕਰਕੇ ਕਿਹਾ ਕਿ ਅੱਜ ਦੇ ਦਿਨ ਅਸੀਂ ਨਾਬਾਲਗ ਬੱਚੀਆਂ ਵੀ ਨਹੀਂ ਛੱਡਦੇ, ਉਹਨਾਂ ਨੂੰ ਨੋਚਦੇ ਆ। ਅਸੀਂ ਜਦੋਂ ਇਹੋ ਜਿਹੀਆਂ ਕੋਈ ਰੇਪ ਵਿਕਟਿਮਸ ਦੀਆਂ ਡੈਡ ਬੋਡੀਜ਼ ਦੇਖਦੇ ਆ ਨਾ, ਸ਼ੁਗਤਾ ਜੀ 2 ਦਿਨ ਨਾ ਰੋਟੀ ਨਹੀਂ ਖਾਧੀ ਜਾਂਦੀ, ਹਾਏ, ਆਂਦਰਾਂ ਮੂੰਹ ਸਹੀ ਨੂੰ ਕਹਿੰਦੇ। ਆਉਂਦੀਆਂ, ਹੂੰ ਕਿਉਂਕਿ ਉਹਨਾਂ ਨੂੰ ਮੈਂ ਇੱਕੋ ਹੀ ਕੇਸ ਦਾ ਜ਼ਿਕਰ ਕਰਾਂਗੀ ਜਿੱਥੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸ ਤਰੀਕੇ ਦਾ ਜ਼ੁਲਮ ਅਸੀਂ ਢਾਉਣੇ ਆ। ਉਹਦੀ ਬੱਚੇਦਾਨੀ ਪਾੜੀ ਗਈ ਸੀ, ਬੱਚੇਦਾਨੀ ਦੇ ਰਾਹ 'ਚ ਸੋਟੀਆਂ ਫਸਾਈਆਂ ਗਈਆਂ ਸਨ, ਉੱਥੇ ਕੰਡੋਮਸ 6 ਵਿੱਚ ਅੰਦਰੋਂ ਲੱਭੇ, ਉਹਦਾ ਜਿਸਮ ਅੱਧਾ, ਬੋਲਣ 'ਚ ਵੀ ਮੈਨੂੰ ਤਾਂ ਨਾ ਇੰਨਾ ਹੌਲ ਜਿਹਾ ਪੈਂਦਾ ਹੈ, ਤੇ ਤੇਜ਼ਾਬ ਪਾਇਆ ਗਿਆ ਸੀ ਜਿਹਦੇ ਨਾਲ ਉਹਦਾ ਮੂੰਹ ਤੇ ਅੰਦਰ ਤੱਕ ਸਾਰਾ ਸੜ ਗਿਆ ਸੀ। ਉਸ ਤੋਂ ਬਾਅਦ ਵੀ ਉਹਦੀ ਅੱਧ ਸੜੀ ਲਾਸ਼, ਕਿਉਂਕਿ ਉਹਨੂੰ ਉਸ ਤੋਂ ਬਾਅਦ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੁੱਤਾ ਧੂ ਕੇ ਲਿਆ ਰਿਹਾ ਸੀ ਖੇਤ ਦੇ ਵਿੱਚੋਂ ਬਾਹਰ, ਜਿਸ ਤਰੀਕੇ ਇਹ 6 ਵਰਿਆਂ ਦੀ ਬਾਲੜੀ ਸਾਨੂੰ ਲੱਭੀ ਸੀ। ਅਸੀਂ 6 ਵਰਿਆਂ ਦੀ ਬਾਲੜੀ ਦਾ ਸਮੂਹਕ ਬਲਾਤਕਾਰ ਤੇ ਇਸ ਭਿਆਨਕ ਤਰੀਕੇ ਕਤਲ ਹੋਣਾ ਕਿਵੇਂ ਜਾਇਜ਼ ਕਰਾਰ ਦੇ ਸਕਦੇ ਹਾਂ? ਕੀ ਅਸੀਂ ਅੱਜ ਉਹ ਜਨਰਲ ਡਾਇਰ ਤੋਂ ਵੱਧ ਬੇਰਹਿਮ ਤਾਂ ਨਹੀਂ ਹੋ ਗਏ ਕਿ ਉੱਥੇ ਨਿਹੱਥਿਆਂ ਤੇ ਉਹਨਾਂ ਨੇ ਇਸੇ ਤਰੀਕੇ ਗੋਲੀਆਂ ਚਲਾਈਆਂ ਜਦ ਤੱਕ ਉਹਨਾਂ ਚੋਂ ਗੋਲੀਆਂ ਖਤਮ ਨਹੀਂ ਹੋ ਗਈਆਂ। ਅਸੀਂ ਅੱਜ ਮੁਸ਼ਟੰਡੇ ਬਣੇ ਆ, ਜਿਹੜੇ ਸਾਡੇ ਕੋਲ ਇਸ ਤਰ੍ਹਾਂ ਦੀਆਂ 6-6 ਵਰਿਆਂ ਦੀਆਂ ਧੀਆਂ ਦਾ ਇਸ ਬੇਹੂਦਗੀ ਨਾਲ ਅਸੀਂ ਉਹਨਾਂ ਨੂੰ ਬਲਾਤਕਾਰ ਕਰਨ ਬਾਅਦ ਤੇਜ਼ਾਬ ਵੀ ਸੁੱਟਦੇ ਆ, ਫਿਰ ਸਾੜ ਵੀ ਦਿੰਦੇ ਆ, ਫਿਰ ਕੁੱਤਿਆਂ ਨੂੰ ਚੂੰਡਣ ਲਈ ਸੁੱਟ ਦਿੰਦੇ ਆ। ਆਖਰ ਅਸੀਂ ਕਿਸ ਤਰ੍ਹਾਂ ਦੇ ਜ਼ਾਲਮ ਪੈਦਾ ਕਰ ਰਹੇ ਹਾਂ? ਤੁਸੀਂ ਡਾਕਟਰ ਸਾਹਿਬ, ਮੈਂ ਟਾਈਮ ਕਿਉਂਕਿ ਥੋੜਾ ਹੈ ਕਿ ਮੈਨੂੰ ਇੱਕ ਗੱਲ ਜ਼ਰੂਰ ਦੱਸ ਦਿਓ, ਕਿਉਂਕਿ ਤੁਹਾਡੀ ਰਾਏ ਬੜੀ ਅਹਿਮੀਅਤ ਰੱਖਦੀ ਹੈ ਕਿ ਇਹੋ ਜਿਹੀ ਦਰਿੰਦਗੀ ਜਿਹੜੀ ਹੈ ਮੁਆਸ਼ਰਿਆਂ 'ਚ ਜਿਹੜੀ ਪੈਦਾ ਹੁੰਦੀ ਹੈ, ਇਸ ਦਰਿੰਦਗੀ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ? ਇਹ ਜਹਾਲਤ, ਦਰਿੰਦਗੀ, ਹੈਵਾਨੀਅਤ, ਇਹ ਕਿਵੇਂ ਮੁਕਾਈ ਜਾ ਸਕਦੀ? ਦੇਖੋ, ਪਹਿਲੀ ਚੀਜ਼ ਤਾਂ ਜੋ ਬਹੁਤ ਅਹਿਮ ਹੈ ਕਿ ਇਹ ਮਾਂ ਦੇ ਢਿੱਡੋਂ ਜ਼ਾਲਮ ਪੈਦਾ ਨਹੀਂ ਹੁੰਦੇ। ਠੀਕ, ਬਿਲਕੁਲ ਠੀਕ। ਸੋ ਇਹਦਾ ਮਤਲਬ ਹੈ ਕਿਸ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਪਹਿਲਾ ਸਬਕ ਉਹਨੂੰ ਮਾਂ ਜਾਂ ਪਿਓ ਨੇ ਸਿਖਾਉਣਾ ਘਰ ਦੇ ਅੰਦਰ। ਸੋ ਜੇ ਉਹਦੇ ਨਾਲ ਉਸ ਸਮੇਂ ਇੱਕ ਦੇਖੋ ਬੂਟਾ ਵੀ ਉਗਦਾ ਨਾ, ਤੇ ਮਾਲੀ ਉਹਦੀ ਜਦੋਂ ਟਾਹਣੀ ਟੇਢੀ ਜਾਂਦੀ ਉਹਦੀ ਕਟਿੰਗ ਕਰਦਾ, ਸਭ ਤੋਂ ਵੱਧ ਮੈਂ ਗੁਨਾਹਗਾਰ ਮਾਂ ਤੇ ਪਿਓ ਨੂੰ ਹੀ ਗਿਣਦੀ ਆ ਕਿ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਕਿ ਉਹੀ ਬੱਚਾ ਜੋ ਮਾਂ ਦੇ ਕੁੱਖ ਚੋਂ ਤਾਂ ਕੂਲਾ ਜਿਹਾ ਮਾਸ ਦਾ ਲੋਥੜਾ ਸੀ, ਮਾਂ ਦੀਆਂ ਲੋਰੀਆਂ ਸੁਣਦਾ ਸੀ, ਉਹ ਇੰਨਾ ਜ਼ਾਲਮ ਨਹੀਂ ਸੀ। ਸੋ ਸੇਧ ਉਸ ਦੇਣ 'ਚ ਕੁਛ ਨਾ ਕੁਛ ਅਸੀਂ ਕਿਤੇ ਨਾ ਕਿਤੇ ਸਾਡੇ 'ਚ ਕਮੀ ਰਹਿ ਗਈ। ਫਿਰ ਅਗਾਂਹ ਦੇਖੀਏ ਕਿ ਅੱਗੋਂ ਅਸੀਂ ਸਮਾਜ ਜੋ ਕਿ ਅਸੀਂ ਸਿਰਜਿਆ, ਤੁਸੀਂ ਤੇ ਮੈਂ ਉਹਦਾ ਹਿੱਸਾ, ਉਸ ਸਮਾਜ ਵਿੱਚ ਕੀ ਔਰਤ ਦੀ ਅਸੀਂ ਬੇਕਦਰੀ ਕਰ ਰਹੇ ਹਾਂ, ਕਿ ਉਹਨੂੰ ਸ਼ੈ ਦਿਖਾ ਰਹੇ ਹਾਂ, ਉਹਨੂੰ ਵਰਤਣ ਵਾਲੀ ਸ਼ੈ ਇੱਕ ਵਰਕਾ ਪਲਟ ਦੇਣ ਵਾਲਾ, ਯਾਨੀ ਉਹਨੂੰ ਬਣਾ ਕੇ ਕੀ ਰੱਖਿਆ ਕਿ ਇਹਦੇ ਨਾਲ ਤੁਸੀਂ ਜਿੰਨਾ ਜ਼ੁਲਮ ਕਰ ਸਕਦੇ ਹੋ ਕਰੋ। ਇਹੋ ਜਿਹੀ ਸਿੱਖਿਆ ਕੌਣ ਦੇ ਰਿਹਾ? ਸੋ ਇਹਦਾ ਮਤਲਬ ਹੈ ਇੱਕ ਸਮਾਜ ਵਿੱਚ ਤਬਦੀਲੀ ਜਿਹਦੇ ਕਿ ਅਸੀਂ ਹਿੱਸੇ ਹਾਂ, ਸਾਨੂੰ ਉਹਦੇ ਵਿੱਚ ਵੀ ਬਦਲਾਅ ਲਿਆਉਣ ਦੀ ਲੋੜ ਹੈ। ਤੇ ਇੱਕ ਸਦਾਚਾਰਕ ਸਿੱਖਿਆ ਬਹੁਤ ਅਹਿਮ ਹੈ ਜਿਹੜੀ ਸਾਨੂੰ ਇਸ ਵੇਲੇ ਸਕੂਲਸ ਕਾਲਜਿਸ ਵਿੱਚ, ਜਿੱਥੇ ਸਾਨੂੰ ਬਰਾਬਰੀ ਦਾ ਅਹਿਸਾਸ ਦੇਣਾ ਜ਼ਰੂਰੀ ਹੈ ਕਿ ਇਹ ਔਰਤ ਜਨਮਦਾਤੀ ਹੈ, ਰਾਜੇ ਮਹਾਰਾਜੇ ਵੀ ਇਹਦੇ ਕੁੱਖੋਂ ਜੰਮਣੇ ਨੇ, ਇਨਸਾਨ ਹੈ। ਤੁਸੀਂ ਵੇਖੋ ਉਹਦਾ ਕਿੱਡਾ ਮੁਕਾਮ ਹੈ ਕਿ ਉਹ ਤੁਹਾਨੂੰ ਮਰਦਾਂ ਨੂੰ, ਬੇਟੀਆਂ ਨੂੰ, ਭਰਾਵਾਂ ਨੂੰ, ਇਹਨਾਂ ਨੂੰ ਵੀ ਤੇ ਔਰਤ ਹੀ, ਉਹ ਮਾਂ ਹੀ ਹੁੰਦੀ ਹੈ ਜਿਹੜੀ ਇਹਨਾਂ ਨੂੰ ਪੈਦਾ ਕਰਦੀ ਹੈ। ਪਰ ਇੱਕ ਦੇਖੋ ਨਾ, ਸੁਨੇਹਾ ਅਖੀਰ 'ਚ ਜ਼ਰੂਰ ਦੇਣਾ ਚਾਹੁੰਦੀ ਹਾਂ, ਇਹ ਰੰਗਲੀ ਦੁਨੀਆ ਖੁਸ਼ਨੁਮਾ ਨਹੀਂ ਰਹਿਣੀ ਜੇ ਵੀਣੀਆਂ ਤੇ ਚੂੜੀਆਂ ਨਾ ਹੋਈਆਂ, ਜੇ ਮੁਸਕਾਉਂਦੀ ਹੋਈ, ਚੁੰਨੀਆਂ ਲਹਿਰਾਉਂਦੀ ਹੋਈ, ਇੱਕ ਇਸੇ ਤਰ੍ਹਾਂ ਦੀ ਹੀਰ ਨਾ ਹੋਈ। ਉਹ ਨਹੀਂ ਰਹਿਣਾ ਕੁਝ ਵੀ ਇਸ ਸਮਾਜ ਦੇ ਵਿੱਚ ਜੇ ਔਰਤ ਦਾ ਖਤਮ ਕਰ ਦਿੱਤਾ ਗਿਆ ਹੋਂਦ ਨੂੰ, ਤਾਂ ਫਿਰ ਕਿੱਥੋਂ ਜੰਮਣਗੇ ਤੇ ਕਿੱਥੋਂ ਇੱਕ ਪਿਆਰੀ ਜੀ ਗਲਵੱਕੜੀ ਪਾਉਂਦੀ ਧੀ ਲਿਆਓਗੇ ਜਿਹਨੇ ਚਿੰਬੜ ਜਾਣਾ ਪਿਓ ਦੇ ਨਾਲ, ਭਾਵੇਂ ਉਹਨੂੰ ਕੁਛ ਵੀ ਹੁੰਦਾ ਹੋਵੇ, ਉਹਨੇ ਕਹਿਣਾ ਮੇਰਾ ਪਿਓ ਪਹਿਲਾਂ, ਮੇਰੇ ਪਿਓ ਨੂੰ ਰੋਟੀ ਮੈਂ ਹੀ ਖਵਾਣੀ ਹੈ। ਤੇ ਉਹ ਜਿਹੜਾ ਪਿਆਰਾ ਜਿਹਾ ਚੁੰਮਣ ਉਹ ਦੇਏਗੀ ਗੱਲ ਦੇ ਉੱਤੇ, ਇਹ ਕਿਤੋਂ ਨਹੀਂ ਹਾਸਲ ਹੋਣਾ। ਤੇ ਫਿਰ ਜਿਹੜਾ ਮਾਂ ਵੱਲੋਂ ਇੱਕ ਅਸੀਸ ਭਰਿਆ ਹੱਥ ਹੋਏਗਾ ਤੇ ਉਹਦੇ ਵੱਲੋਂ ਦਿੱਤੀ ਅਸੀਸ ਨਾਲ ਮੱਥਾ ਚੁੰਮਿਆ ਜਾਏਗਾ, ਉਹ ਕੋਈ ਹੋਰ ਨਹੀਂ ਦੇ ਸਕਦਾ। ਤੇ ਮੈਨੂੰ ਇਹ ਵੀ ਦੱਸ ਦਿਓ ਕਿ ਇੱਕ ਭੈਣ ਵੱਲੋਂ ਜਦੋਂ ਵਾਗਾਂ ਗੁੰਦੀਆਂ ਜਾ ਰਹੀਆਂ, ਬਿਲਕੁਲ ਵੀਰਾਂ ਦੇ ਵਾਸਤੇ ਬਲਾਵਾਂ ਲਈਆਂ ਜਾਣਗੀਆਂ, ਉਹ ਬਲਾਵਾਂ ਲੈਣ ਕਿਹਨੇ ਆਉਣਾ, ਉਹ ਖਿਆਲ ਤਾਂ ਕਰੋ
ਕਿ ਜੇ ਇਹ ਤੁਸੀਂ ਖਤਮ ਕਰ ਦਿੱਤੀ ਨਾ ਹੋਂਦ ਔਰਤ ਦੀ, ਇੱਥੇ ਮੁਸਕਾਨ ਵੀ ਨਹੀਂ ਰਹਿਣੀ, ਇੱਥੇ ਤੱਕ ਕੁਝ ਨਹੀਂ ਮਿਲਣਾ, ਖੁਸ਼ੀਆਂ ਖਤਮ ਹੋ ਜਾਣੀਆਂ, ਰੰਗ ਬਿਰੰਗਾ ਨਾ ਹੋਵੇ ਤੇ ਚਿੱਟਾ ਹੀ ਕੱਲਾ ਕਪੜਾ ਕਿੰਨੀ ਕੁ ਦੇਰ ਨਿਹਾਰ ਸਕੋਗੇ। ਸੋ ਇਹ ਖੁਸ਼ੀਆਂ ਖੇੜੇ, ਇਹ ਲਹਿਰਾਉਂਦੀਆਂ ਸਾਡੀਆਂ ਕਲੀਆਂ, ਇਹਨਾਂ ਨੂੰ ਖੁਸ਼ਬੂ ਵੰਡਣ ਦਈਏ ਤੇ ਇਹਨਾਂ ਨੂੰ ਵੀ ਇਹਨਾਂ ਦੇ ਜੀਣ ਦਾ ਹੱਕ ਦੇ ਦਈਏ, ਇਹਨਾਂ ਦੀ ਬਣਦੀ ਹਵਾ ਜ਼ਰੂਰੀ ਜੇ ਦੇਣੀ ਤਾਂ ਕਿ ਇਹ ਵੀ ਪੁੰਗਰ ਸਕਣ। ਇਹ ਸਾਡੇ ਬਰਾਬਰ ਦੇ ਜਿਸ ਦਿਨ ਇਨਸਾਨ ਮੰਨੀਆਂ ਗਈਆਂ, ਸਹੀ ਮਾਇਨੇ ਵਿੱਚ ਔਰਤ ਲਈ ਤਾਂ ਵਿਸਾਖੀ ਉਹੀ ਹੋਏਗੀ ਜਿਸ ਦਿਨ ਅਸੀਂ ਇੱਕ ਵੀ ਦਿਨ ਕਹਿ ਸਕੇ ਕਿ ਅੱਜ ਔਰਤ ਤੇ ਜ਼ੁਲਮ ਨਹੀਂ ਹੋਇਆ, ਦੁਨੀਆ ਭਰ ਦੀਆਂ ਔਰਤਾਂ ਅੱਜ ਸੁਰੱਖਿਅਤ ਸੀ, ਸਾਡੀ ਵਿਸਾਖੀ ਉਸੇ ਦਿਨ ਹੋਣੀ ਹੈ। ਵਾਹ, ਬਹੁਤ ਮਿਹਰਬਾਨੀ, ਇੰਨਾ ਸੋਹਣਾ ਤੁਸੀਂ ਪੈਗਾਮ ਦੇ ਦਿੱਤਾ ਹੈ। ਤੇ ਮੈਂ ਤੇ ਤੁਸੀਂ ਗੱਲ ਕੀਤੀ ਹੋਈ, ਵੇਖੋ ਜੀ ਇਹ ਰੰਗ ਬਿਰੰਗੇ ਚੀਜ਼ਾਂ ਜਿਹੜੀਆਂ ਨੇ ਇਹ ਔਰਤ ਦੀ ਵਜ੍ਹਾ ਨਾਲ। ਅੱਜ ਡਾਕਟਰ ਸਾਹਿਬਾ ਬੈਠੀਆਂ, ਨੀਲਾ ਐਡਾ ਸੋਹਣਾ ਰੰਗ ਪਾਇਆ, ਮੈਂ ਵੀ ਲੱਭ ਲਭਾ ਕੇ ਮੈਂ ਕਿਹਾ ਮੈਂ ਵੀ ਆਪਣੇ ਪੁੰਦਨੇ ਵਿਸਾਖੀ ਨੂੰ। ਪਰ ਇਹ ਗੱਲਾਂ ਤਕਲੀਫ ਦੀਆਂ ਵੀ ਕਰਨੀਆਂ ਬਹੁਤ ਜ਼ਰੂਰੀ ਸੀ, ਕਿਉਂਕਿ ਇਹਦੇ ਨਾਲ ਸਾਡੇ ਅੰਦਰ ਇੱਕ ਹੋਰ ਜਜ਼ਬਾ ਪੈਦਾ ਹੁੰਦਾ ਹੈ ਕਿ ਸਾਡੇ ਵੱਡਕਿਆਂ ਨੇ ਕੀ ਕੀਤਾ, ਉਸ ਦਿਹਾੜ ਕੀ ਹੋਇਆ। ਤੇ ਬਿਲਕੁਲ ਜੀ, ਜਦੋਂ ਤੱਕ ਔਰਤ ਨੂੰ ਉਹਦੀ ਹੋਂਦ ਦਾ, ਧੀਆਂ ਨੂੰ, ਭੈਣਾਂ ਨੂੰ ਨਹੀਂ ਦੇਵਾਂਗੇ, ਵਿਸਾਖੀ ਕਿਵੇਂ ਹੋਗੀ ਅਸਲ ਤੇ ਵਿਸਾਖੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਹਾਡੀ ਅੱਗੇ ਦੇਖੋ, ਤੁਹਾਨੂੰ ਮੈਂ 3 ਮਿੰਟ ਪਹਿਲੇ ਫਾਰਗ ਕਰ ਰਹੀ ਹਾਂ ਕਿਉਂਕਿ ਤੁਹਾਡੀ ਅੱਗੇ ਮੀਟਿੰਗ ਹੈ, ਤੇ ਫੇਰ ਕਦੀ ਤੁਹਾਨੂੰ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਧੰਨਵਾਦ। ਤੁਸੀਂ ਇੰਨੀ ਪਿਆਰੀ ਸ਼ਖਸੀਅਤ ਹੋ ਕਿ ਤੁਹਾਡੇ ਨਾਲ 2 ਮਿੰਟ ਬਿਤਾਏ, ਜੋ 2 ਮਿੰਟ ਦੇ ਉਹ ਪਲ ਵੀ ਹੁੰਦੇ ਨੇ ਨਾ ਬਿਤਾਏ, ਸੱਚਮੁੱਚ ਉਹ ਇੱਕ ਮਹੀਨੇ ਜੋਗੀ ਜ਼ਿੰਦਗੀ ਦੇ ਜਾਂਦੇ ਨੇ, ਖੇੜਾ ਭਰ ਦਿੰਦੇ ਨੇ ਮਨ ਦੇ ਅੰਦਰ। ਸੋ ਬਹੁਤ ਨਫੀਸ ਸ਼ਖਸੀਅਤ ਹੋ, ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਆ ਕੇ। ਡਾਕਟਰ ਸਾਹਿਬ ਤੁਸੀਂ ਮੇਰੀ ਇਨਸਪੀਰੇਸ਼ਨ ਹੋ ਜਨਾਬ, ਤੁਹਾਨੂੰ ਮੈਂ ਦੱਸਾਂਗੀ, ਮੈਂ ਤੇ ਤੁਹਾਡੀਆਂ ਕਿਤਾਬਾਂ ਤੋਂ ਤੇ ਇਨਸਪਾਇਰ ਹੋ ਕੇ ਮੈਂ ਤੇ ਪੰਜਾਬੀ ਚ ਕੈਂਸਰ ਦੀ ਕਿਤਾਬ ਦਾ ਕੰਮ ਕੀਤਾ ਜੇ। ਤੁਸੀਂ ਹੋ ਮੇਰੀ ਇਨਸਪੀਰੇਸ਼ਨ, ਤੁਸੀਂ ਤੇ ਐਵੇਂ ਤੁਹਾਡੀ ਵਡਿਆਈ ਹੈ, ਮੈਂ ਤੇ ਕੁਝ ਵੀ ਨਹੀਂ ਹੈ, ਲੇਕਿਨ ਇਹ ਵੇਖੇ ਤੁਹਾਡੇ ਵਰਗੇ ਸਾਡੇ ਲਈ ਇਨਸਪੀਰੇਸ਼ਨ ਹੈ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਥੈਂਕ ਯੂ ਸੋ ਮਚ ਫॉर योर टाइम। ओके, रब रखा, खुदा हाफिज।